सोह कटिया तुद डिठे सच्चे पातशाह मल जन्म जन्म दी कटिया सतनाम श्री वाहिगुरु साहिब जी सोरठ महला पंजवा अथा उठा रखवाला प्रभ सतगुर दीन दयाला अथा उठा रखवाला प्रभ सतगुर दीन दयाला दास अपने आप रखे घाट घाट शब्द सुभाखे गुर के चरण ऊपर बल जाई दिनस रैन सास सास संभाली पूरन सबनी थाई रहाओ आप सहाई हुआ सच्चे दा सच्चा ढोआ तेरी भगत वड्याई पाई नानक प्रभ सरणाई आप सहाई हुआ सच्चे दा सच्चा ढोआ तेरी भगत वड्याई पाई नानक प्रभ सरणाई वाहिगुरु जी का खालसा वाहिगुरु जी की फतेह। चवर तख्त छत्र दे मालक शब्द गुरु धन धन श्री गुरु ग्रंथ साहिब जी की पावन पवित्र हजूरी अंदर सज रहे अमृत वेले के सुंदर दीवाना विच हाजरी भर रहे गुरु खालसा गुरु की साजी नवाजी साध संगत दियो धनता के योग हाँ ਵੱਡਿਆਂ ਭਾਗਾਂ करके उस परमेश्वर वाहिगुरु के दिते हुए शरीर सवास अते बल का सदका सत संगत विच बैठण का यह सुभाग सानू प्राप्त होया है। अमृत वेले सतगुरु जी ने प्रकाशमान हो करके राग सोठ के अंदर शहीदां के सरताज सतगुरु गुरु अर्जन देव साहब जी महाराज की मुबारक रसना को पावन पवित्र उपदेश बख्शिश किए हैं जो सतगुरां के पावन 628 अंक के सुभायमान हैं। सर्व व्यापक परमेश्वर वाहिगुरु की वड्याई करते किस तरह की बख्शिश नाल निवाजते हैं।
ਸਾਹਿਬ ਸਤਿਗੁਰੂ ਜੀ ਰਹਾਉ ਵਾਲੀਆਂ ਪੰਕਤੀਆਂ ਦੇ ਰਾਹੀਂ ਬਖਸ਼ਿਸ਼ ਕਰਕੇ ਨਿਵਾਜਦੇ ਨੇ ਕਿ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਸ਼ਬਦ ਰੂਪੀ ਚਰਨ ਹਨ, ਐਸੇ ਸਤਿਗੁਰੂ ਜੀ ਦੇ ਚਰਨਾਂ ਤੋਂ ਮੈਂ ਬਲਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਰਾਤ ਅਤੇ ਦਿਨ ਇੱਕ ਇੱਕ ਸਵਾਸ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਕਰਦਾ ਹਾਂ। ਜਿਹੜਾ ਪਰਮੇਸ਼ਰ ਵਾਹਿਗੁਰੂ ਸਾਰੀ ਸ੍ਰਿਸ਼ਟੀ ਵਿੱਚ, ਧਰਤੀ ਦੇ ਜਰਰੇ ਜਰਰੇ ਵਿੱਚ, ਸਭ ਥਾਂ ਦੇ ਉੱਤੇ ਮੌਜੂਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਇੱਥੇ ਉੱਥੇ ਰਖਵਾਲਾ ਉਹ ਪ੍ਰਮਾਤਮਾ ਵਾਹਿਗੁਰੂ ਇਸ ਜੀਵ ਦੀ ਰੱਖਿਆ ਇਸ ਲੋਕ ਵਿੱਚ ਵੀ ਕਰਦਾ ਹੈ ਤੇ ਪਰਲੋਕ ਵਿੱਚ ਵੀ ਕਰਦਾ ਹੈ, ਪਰ ਉਹ ਰੱਖਿਆ ਉਦੋਂ ਕਰਦਾ ਹੈ ਜਦੋਂ ਪਰਮੇਸ਼ਰ ਦਾ ਕੋਈ ਸਿਮਰਨ ਰਾਤ ਦਿਨ ਕਰਦਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਅੰਦਰ ਉੱਥੇ ਬਚਨ ਹਨ, ਮਾਤ ਗਰਭ ਮਹਿ ਆਪਨ ਸਿਮਰਨ ਦੇ। ਆਪਣੇ ਸਿਮਰਨ ਦੀ ਸ਼ਕਤੀ ਦਾ ਸਦਕਾ, ਆਪਣੇ ਨਾਮ ਦੀ ਵਡਿਆਈ ਦਾ ਸਦਕਾ ਉਹ ਪਰਮੇਸ਼ਰ ਵਾਹਿਗੁਰੂ ਮਾਤਾ ਦੇ ਗਰਭ ਵਿੱਚ ਵੀ ਇਸ ਜੀਵ ਦੀ ਰੱਖਿਆ ਕਰਦਾ ਹੈ। ਕਿ ਜੇ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ, ਵਡਿਆਈ ਕਰਦਾ ਹੈ, ਤੇ ਉਹਦੀ ਇਸ ਲੋਕ ਵਿੱਚ ਵਿਚਰਦਿਆਂ ਤੇ ਪਰਲੋਕ ਵਿੱਚ ਵੀ ਪਰਮੇਸ਼ਰ ਸਹਾਇਤਾ ਕਰਦਾ ਹੈ। ਭਗਤ ਨਾਮਦੇਵ ਜੀ ਦੀ ਰਸਨਾ ਤੋਂ ਪਾਵਨ ਗੁਰਬਾਣੀ ਅੰਦਰ ਉੱਥੇ ਬਚਨ ਆਉਂਦੇ ਨੇ ਕਿ ਸਮੇਂ ਦੇ ਵਿਦਵਾਨ ਪੰਡਤਾਂ ਨੇ, ਜਿਨ੍ਹਾਂ ਨੇ ਕਿਤਾਬੀ ਗਿਆਨ ਪ੍ਰਾਪਤ ਕੀਤਾ ਹੋਇਆ ਹੈ, ਸ਼ਾਸਤਰ ਪੁਰਾਣ ਵੇਦਾਂ ਦਾ ਕੁਝ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਹੋਇਆ ਹੈ, ਉਹਨਾਂ ਪੰਡਿਤਾਂ ਨੇ ਸੁਲਤਾਨ ਉਲ ਕੌਮ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਭਗਤ ਨਾਮਦੇਵ ਜੀ ਆਪਣੇ ਆਪ ਨੂੰ ਰੱਬ ਦਾ ਪਿਆਰਾ ਮੰਨਦੇ ਨੇ ਕਿ ਜੇ ਉਹ ਰੱਬ ਦੇ ਪਿਆਰੇ ਹਨ, ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ, ਤੇ ਆਪ ਫਲਾਣੇ ਬੰਦੇ ਦੀ ਗਊ ਮਰ ਗਈ ਹੈ, ਇਹਦੇ ਵਿੱਚ ਜਾਨ ਪਾ ਦੇ। ਦੱਸਦੇ ਹਨ ਕਿ ਸੁਲਤਾਨ ਉਲ ਕੌਮ ਨੇ ਸੱਦਿਆ ਭਗਤ ਨਾਮਦੇਵ ਜੀ ਨੂੰ। ਭਗਤ ਨਾਮਦੇਵ ਜੀ ਨੂੰ ਜਦੋਂ ਸੱਦਿਆ, ਭਗਤ ਨਾਮਦੇਵ ਜੀ ਗਏ। ਸਮੇਂ ਦੀ ਹਕੂਮਤ ਦਾ ਉਹ ਵੱਡਾ ਰਾਜਾ ਸੀ, ਸਨਮਾਨ ਕੀਤਾ। ਭਗਤ ਨਾਮਦੇਵ ਜੀ ਨੂੰ ਅੱਗੋਂ ਸਵਾਲ ਆਇਆ ਕਿ ਤੁਸੀਂ ਇਸ ਮਨੁੱਖ ਦੀ ਮਰੀ ਹੋਈ ਗਊ ਵਿੱਚ ਜਾਨ ਪਾ ਦਿਓ। ਭਗਤ ਨਾਮਦੇਵ ਜੀ ਨੇ ਅੱਗੋਂ ਬੜੇ ਅਦਬ ਵਿੱਚ ਇਹ ਬਚਨ ਕੀਤਾ ਕਿ ਮਾਰਨ ਅਤੇ ਜਿਵਾਉਣ ਦੀ ਸ਼ਕਤੀ ਕੇਵਲ ਇੱਕ ਪਰਮਾਤਮਾ ਵਿੱਚ ਹੈ। ਮਾਰ ਆਪੇ ਜੀ ਵਾਲਦਾ, ਸਭਨਾ ਸਾਹਿਬ ਸਾਥ।
ਮਾਰਨ ਅਤੇ ਜੀਵਾਲਣ ਦੀ ਜਿਹੜੀ ਸ਼ਕਤੀ ਹੈ ਉਹ ਕੇਵਲ ਪਰਮਾਤਮਾ ਉਸ ਵਾਹਿਗੁਰੂ ਵਿੱਚ ਹੈ, ਸਾਡੇ ਵਿੱਚ ਇਹ ਸ਼ਕਤੀ ਨਹੀਂ। ਉਸ ਵਕਤ ਸੁਲਤਾਨ ਉਲ ਕੌਮ ਨੇ ਇਹ ਅੱਗੋਂ ਫੇਰ ਬੋਲ ਕੀਤਾ ਕਿ ਜੇਕਰ ਤੁਸੀਂ ਇਸ ਮਰੀ ਹੋਈ ਗਊ ਨੂੰ ਜਿਵਾਉਂਦੇ ਨਹੀਂ, ਤੁਹਾਨੂੰ 7.5 ਘੜੀਆਂ ਦਾ ਸਮਾਂ ਦਿੰਦੇ ਹਾਂ। ਵਿਦਵਾਨਾਂ ਨੇ 1 ਘੜੀ 24 ਮਿੰਟਾਂ ਦੀ ਮੰਨੀ ਹੈ ਤੇ 7.5 ਘੜੀਆਂ ਦਾ ਸਮਾਂ ਭਗਤ ਨਾਮਦੇਵ ਜੀ ਨੂੰ ਮਰੀ ਹੋਈ ਗਊ ਵਿੱਚ ਜਾਨ ਪਾਉਣ ਦੀ ਉਹ ਸਮਾਂ ਦਿੱਤਾ ਹੈ। ਭਗਤ ਨਾਮਦੇਵ ਜੀ ਨੇ ਵਾਰ-ਵਾਰ ਆਖਿਆ, ਕਰ ਹੈ ਰਾਮ ਹੋਏ ਹੈ ਸੋਏ, ਮੇਰਾ ਕੀਆ ਕਛੂ ਨਾ ਹੋਏ, ਕਿ ਜੋ ਪਰਮਾਤਮਾ ਜੋ ਵਾਹਿਗੁਰੂ ਕਰੇ ਉਹ ਹੁੰਦਾ ਹੈ ਜਗਤ ਵਿੱਚ। ਮੇਰਾ ਤੇਰਾ ਤੁਹਾਡਾ ਕੀਤਾ ਕੁਛ ਵੀ ਸੰਸਾਰ ਵਿੱਚ ਹੁੰਦਾ ਨਹੀਂ। ਜਨਮ ਦੇਣਾ ਅਤੇ ਜੀਵ ਦੀ ਮੌਤ ਹੋਣੀ ਇਹ ਸਭ ਪਰਮਾਤਮਾ ਦੇ ਹੱਥ ਵਿੱਚ ਹੈ। ਗੁਰਬਾਣੀ ਵਿੱਚ ਜਿਵੇਂ ਬਚਨ ਆਉਂਦਾ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਮਰਨਾ ਪਹਿਲਾਂ ਲਿਖਾਇਆ ਜਾਂਦਾ ਹੈ, ਫਿਰ ਸੰਸਾਰ ਵਿੱਚ ਜੀਵ ਆਉਂਦਾ ਹੈ। ਪਰ ਫਿਰ ਵੀ ਸੁਲਤਾਨ ਸੀ ਸਮੇਂ ਦਾ ਤੇ ਉਹਨੇ ਆਖਿਆ ਕਿ ਨਹੀਂ, ਮੇਰੇ ਕੋਲ ਸ਼ਿਕਾਇਤ ਆਈ ਹੈ, ਉਹਨਾਂ ਚਿਰ ਤੱਕ ਇਹ ਕੰਮ ਪੂਰਾ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਤੂੰ ਮਰੀ ਹੋਈ ਗਊ ਵਿੱਚ ਜਾਨ ਨਹੀਂ ਪਾਉਂਦਾ। ਆਪਣੇ ਇਸ਼ਟ ਨੂੰ ਯਾਦ ਕਰ ਕਿ ਉਹ ਇਹ ਮਰੀ ਹੋਈ ਗਊ ਵਿੱਚ ਜਾਨ ਪਾ ਦੇਵੇ। ਦੱਸਦੇ ਹਨ ਕਿ ਭਗਤ ਨਾਮਦੇਵ ਜੀ ਇੱਕ ਪਾਸੇ ਹੋ ਕੇ ਪਰਮੇਸ਼ਰ ਵਾਹਿਗੁਰੂ ਦੀ ਭਗਤੀ, ਪਰਮੇਸ਼ਰ ਦੇ ਸਿਮਰਨ ਵਿੱਚ ਲੱਗੇ ਹਨ। ਭਗਤ ਨਾਮਦੇਵ ਜੀ ਦੀ ਰਚਨਾ ਤੋਂ ਉੱਥੇ ਬਚਨ ਆਉਂਦਾ ਹੈ ਕਿ 7 ਘੜੀਆਂ ਦਾ ਸਮਾਂ ਭਗਤੀ ਕਰਦਿਆਂ ਨੂੰ ਬਤੀਤ ਹੋ ਚੁੱਕਾ ਹੈ ਤੇ ਜਦੋਂ 7 ਘੜੀਆਂ ਦਾ ਸਮਾਂ ਬਤੀਤ ਹੋਇਆ, ਜਿੰਨੇ ਭਗਤ ਜੀ ਦੇ ਚਾਹਵਾਨ ਸਨ, ਭਗਤ ਜੀ ਉੱਪਰ ਭਰੋਸਾ ਰੱਖਦੇ ਸਨ, ਪ੍ਰੇਮ ਕਰਦੇ ਸਨ ਭਗਤ ਜੀ ਨਾਲ, ਉਹਨਾਂ ਵੀ ਪਰਮੇਸ਼ਰ ਅੱਗੇ ਅਰਦਾਸਾਂ ਕੀਤੀਆਂ ਕਿ ਭਗਤ ਦੀ ਜਾਨ ਬਚਾ ਲਓ, ਭਗਤ ਪਰਮੇਸ਼ਰ ਜੀ ਤੁਹਾਡਾ ਹੈ। ਤੇ ਦੱਸਦੇ ਹਨ ਕਿ ਇਹ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ ਦੇਵ ਲੋਕ ਵਿੱਚ ਜਦੋਂ ਗਈਆਂ ਤੇ ਦੇਵਤਿਆਂ ਨੇ ਵੀ ਆਪਸ ਵਿੱਚ ਗੱਲਾਂ ਕੀਤੀਆਂ ਰਲ ਮਿਲ ਕਰਕੇ। ਉੱਥੇ ਗੁਰਬਾਣੀ ਦੇ ਬਚਨ ਹਨ, ਦੇਵਤਿਆਂ ਨੇ ਵੀ ਆਪਸ ਵਿੱਚ ਰਲ ਮਿਲ ਕਰਕੇ ਜਦੋਂ ਗੱਲਾਂ ਕੀਤੀਆਂ ਤੇ ਪਰਮੇਸ਼ਰ ਵਾਹਿਗੁਰੂ ਨੇ ਇਸ ਗੱਲ ਨੂੰ ਸੁਣਿਆ ਹੈ। ਗੁਰਬਾਣੀ ਦਾ ਬਚਨ ਹੈ, 7 ਘੜੀ ਜਬ ਬੀਤੀ ਸੁਣੀ। ਜਦੋਂ 7 ਘੜੀਆਂ ਦਾ ਸਮਾਂ ਬਤੀਤ ਹੋਇਆ, ਇਸ ਗੱਲ ਨੂੰ ਪਰਮੇਸ਼ਰ ਵਾਹਿਗੁਰੂ ਨੇ ਸੁਣਿਆ। ਅੱਜ ਹੋ ਨਾ ਆਇਓ ਤੇਰੇ ਭਵਨ ਧਣੀ, ਅਜੇ ਤੱਕ ਰੱਬ ਪਰਮੇਸ਼ਰ ਵਾਹਿਗੁਰੂ ਭਗਤ ਜੀ ਦੀ ਜਾਨ ਬਚਾਉਣ ਵਾਸਤੇ ਹਾਜ਼ਰ ਨਹੀਂ ਹੋਇਆ। ਤੇ ਜਦੋਂ ਪਰਮੇਸ਼ਰ ਨੇ ਸੁਣਿਆ, ਉੱਥੇ ਬਚਨ ਆਉਂਦੇ ਹਨ ਕਿ ਗਰੁੜ ਚੜ੍ਹੇ ਗੋਬਿੰਦ ਆਇਲਾ। ਪਰਮੇਸ਼ਰ ਇੱਕ ਸੁੰਦਰ ਸਵਾਰੀ ਉੱਤੇ ਬੈਠ ਕਰਕੇ ਭਗਤ ਨਾਮਦੇਵ ਜੀ ਦੇ ਪਾਸ ਆਇਆ ਤੇ ਭਗਤ ਨਾਮਦੇਵ ਜੀ ਨੂੰ ਗਲ ਨਾਲ ਲਾਇਆ, ਛਾਤੀ ਨਾਲ ਲਾਇਆ ਤੇ ਪੁੱਛਿਆ, ਭਗਤ ਜੀ ਕਿਸ ਗੱਲ ਦੀ ਚਿੰਤਾ ਵਿੱਚ ਬੈਠੇ ਹੋ? ਤੁਹਾਡੇ ਮਨ ਦੇ ਅੰਦਰ ਦੀ ਇੱਛਾ ਭਾਵਨਾ ਕੀ ਹੈ? ਕਿਉਂ ਯਾਦ ਕਰਦੇ ਹੋ? ਭਗਤ ਨਾਮਦੇਵ ਜੀ ਨੇ ਬੇਨਤੀ ਕੀਤੀ, ਮਹਾਰਾਜ ਸੰਸਾਰ ਦੇ ਵਿੱਚ ਇਹ ਜਿਹੜੇ ਵਿਦਵਾਨ ਪੰਡਤ ਹਨ, ਇਹਨਾਂ ਦੇ ਮਨ ਦੇ ਅੰਦਰ ਦੀ ਇੱਛਾ ਹੈ ਕਿ ਮਰੀ ਹੋਈ ਗਊ ਨੂੰ ਜਵਾਲ ਦਿੱਤਾ ਜਾਵੇ। ਮੈਂ ਇਹਨਾਂ ਦੇ ਤਰਲੇ ਪਾਏ ਸੀ, ਵਾਸਤੇ ਕੱਢੇ ਸੀ ਕਿ ਇਹ ਮੇਰੇ ਵਿੱਚ ਤਾਕਤ ਨਹੀਂ, ਇਹ ਤਾਕਤ ਕੇਵਲ ਤੇ ਕੇਵਲ ਪ੍ਰਮਾਤਮਾ ਵਾਹਿਗੁਰੂ ਦੇ ਪਾਸ ਹੈ। ਪਰ ਇਹਨਾਂ ਨੇ ਜਿੱਦ ਕੀਤੀ ਤੇ 7.5 ਘੜੀਆਂ ਦਾ ਸਮਾਂ ਦਿੱਤਾ ਸੀ ਕਿ ਜੇ
तेरा रब है, तेरा इष्ट है, तो ये मरी हुई गऊ विच जान पा के विखावे। तो जे मरी हुई गऊ विच जान नहीं पाउंदे तो दूसरा उत्थे उन्हें बोल किया सी कि अपना धर्म बदल लै, तो जे धर्म नहीं बदलना, मुसलमान नहीं होना, तो तेनों मौत के घाट उतार दिता जाएगा। ये तीन गल्लां महाराज इन्हां ने कीतियां सी ते मेरे मन की यह इच्छा बनी, मैं डरिया नहीं मौत तो कि डर सी, केवल ते केवल इन्हां दे अंदर ये गल सी कि एक खौरिया परमेश्वर तेरा बंदा है भी, तेरा बच्चा है भी कि नहीं। इस करके पिता सतगुरु जी परमेश्वर जी मैं तुहानूं याद कीता सी, तुसीं किरपा कीती, आए हो, रहमत की, मैनू अपने मुबारक सुंदर दर्शन दिते हैं। तो उस वक्त कहते परमेश्वर ने अगों पूछया, कहे ता धरन एकोडी करूँ, कहे ता लेकर ऊपर धरूँ, कहे ता मुई गऊ देव जीवाए। ये बचन कीते सन कि जेकर तू कहें धरन एक कोडी करों का भाव है कि धरती नूं पुठी कर दियां, कि जे भगत जी तुसीं कहंदे हो तो सारी धरती पुठी कर दियां। सारी धरती पुठी करन दा भाव सी कि जिन्ने संसार के जीव जंतु ने उन्हां सब दा नाश हो जाए। तो भगत नामदेव जी ने बेनती की, तरला पाया कि महाराज गलती एक दी है, कृपा करके महाराज बेनती है कि मरी हुई गऊ विच जान पा दिओ, मरी हुई गऊ दे विच जान पा के उहदे बछड़े नूं उहदे नाल मिला दिओ। केवल मेरी इको ही बेनती है, मेरी होर कोई तुहाडे अगे बेनती नहीं, मैनू अपने चरनां नाल ही जोड़ी रखो। ये दसदे हन कि परमेश्वर ने कृपा की, रहमत की, मरी हुई गऊ विच जान पाई, माँ पुत्तां नूं मिलाया। समय दे हाकमां नूं फिर भी खुशी नहीं हुई, भावें जिन्ना मर्जी कोई चंगा कर ले, पर संसार सरकार दरबार अज तक ना खुश हुई है कि ना वो खुश हो सकती है। केवल तो केवल एक परमात्मा, एक वाहिगुरू ही खुश होंदा है अपने सिखां दे, अपने प्यारियां ते। पर जे संसार दे विच कोई बड़ा आखे कि मैं खुश हाँ, नहीं खुश हो सकता। सतगुरु जी इत्थे बचन करदे, वो इस लोक विच भी रखिया करदा है, ते परमेश्वर वाहिगुरू की बंदगी करन वालियां दी वो परलोक विच भी सहायता करता है, बाह पकड़दा है। प्रभ सतगुर दीन दयाला, वो दीना उत्ते दया करन वाला परमेश्वर वाहिगुरू है। दास अपने आप रखे, अपने दासां दी आप वो हर थां दे उत्ते रखिया करदा है, सहायता करदा है। घाट घाट शब्द सुभाखे, एक एक शरीर दे अंदर वो परमेश्वर वाहिगुरू आप रमिया होया है, जिहड़ा शब्द करके उस परमेश्वर वाहिगुरू की उस्तत करता है, ओदी वडियाई करता है, ओदी सलौत करता है। ते दसदे हन कि उन्हों ये गल नज़री पै जाती है कि वह घट घट विच वसदा है। समाप्ति विच बचन करते सन, वो परमेश्वर वाहिगुरू अपनी बंदगी करने वालियां दी सहायता करता है, ते जिन्हां दी सहायता करता है वो फिर करते पुरख वाहिगुरू की वडियाई करते हैं कि महाराज ये सब तेरी भगती का रस है, भगती की वडियाई है कि मैं आप जी की शरण नूं ग्रहण किया, ते आप जी की शरण नूं ग्रहण करके महाराज आप जी के अगे आपा भाव समर्पित करके महाराज तुसीं आप बन के साड़ी हर थां ते सहायता करते हो। सतगुरु जी कृपा करन, ऐसा पावन उपदेश साढ़े जीवन का हिस्सा बने। होइयां भुलां चुकां दी मुआफ़ी। वाहिगुरू जी का खालसा, वाहिगुरू जी की फतेह।
ਸਹੁ ਗੁਰ ਸਹੁ ਖਟੀਐ ਤੁਧ ਡਿਠੇ